ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਖਬਰ ਜੋ ਮੁੱਦਾ ਬਣੇ ਲੈ ਕੇ। ਖਬਰ ਜੋ ਮੁੱਦਾ ਬਣੇ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕੋਵਿਡ ਦੀ, ਕੋਰੋਨਾ ਦੀ, ਇਸ ਪੂਰੇ ਕਹਿਰ ਦੀ। ਪਰ ਇਸ ਆਪਦਾ ਦੇ ਵਿੱਚ ਵੀ ਲੋਕਾਂ ਨੂੰ ਅਵਸਰ ਨਜ਼ਰ ਆਉਂਦੇ ਨੇ ਤੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਲੋਕਾਂ ਨੂੰ ਅਵਸਰ ਨਜ਼ਰ ਆਉਂਦੇ ਨੇ। ਗੱਲ ਅੱਜ ਹੋਵੇਗੀ ਉਸ ਫਰਜ਼ੀ ਵਾੜੇ ਦੀ ਜੋ ਕੋਰੋਨਾ ਦੇ ਨਾਮ ਤੇ ਹੋ ਰਿਹਾ ਸੀ ਤੇ ਨਾਲ ਹੀ ਤੁਹਾਨੂੰ ਦਿਖਾਵਾਂਗੇ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਇੱਕ ਕੋਰੋਨਾ ਪੇਸ਼ੈਂਟ ਜਿਸ ਦੀ ਰਿਪੋਰਟ ਆਈ ਪੋਜ਼ਿਟਿਵ ਪਰ ਉਹ ਘੁੰਮ ਰਿਹਾ ਹੈ ਸ਼ਰੇਆਮ ਖੁੱਲ੍ਹੇਆਮ ਸੜਕਾਂ ਦੇ ਉੱਤੇ। ਖਬਰ ਜੋ ਮੁੱਦਾ ਬਣੇ ਦੀ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ ਅੱਜ ਮੋਗਾ ਤੋਂ। ਅੱਜ ਅਸੀਂ ਅਜਿਹਾ ਖੁਲਾਸਾ ਕਰਨ ਜਾ ਰਹੇ ਹਾਂ ਜੋ ਸਿਹਤ ਵਿਭਾਗ ਨੂੰ ਕਟਹਿਰੇ ਦੇ ਵਿੱਚ ਲਿਆ ਕੇ ਖੜਾ ਕਰ ਦੇਗਾ ਤੇ ਇਹ ਸੋਚਣ ਦੇ ਲਈ ਮਜਬੂਰ ਕਰਦਾ ਹੈ ਕਿ ਜਿਸ ਸਰਕਾਰੀ ਹਸਪਤਾਲ ਦਾ ਮੁੱਢਲਾ ਫਰਜ਼ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੁੰਦਾ ਹੈ, ਉਹ ਠੱਗੀ ਦਾ ਅੱਡਾ ਕਿਵੇਂ ਬਣ ਸਕਦਾ ਹੈ? ਉੱਥੇ ਕਰੋਨਾ ਟੈਸਟ ਦੇ ਨਾਮ ਤੇ ਕਾਰੋਬਾਰ ਕਿਵੇਂ ਹੋ ਸਕਦਾ ਹੈ? ਵੇਖੋ ਨਿਊਜ਼ 18 ਦੀ ਇਹ ਐਕਸਕਲੂਸਿਵ ਰਿਪੋਰਟ। ਸਰਕਾਰੀ ਹਸਪਤਾਲ ਬਣਿਆ ਠੱਗੀ ਦਾ ਅੱਡਾ, ਕੋਰੋਨਾ ਟੈਸਟ ਨੂੰ ਬਣਾਇਆ ਕਾਰੋਬਾਰ, ਐਨਆਰਆਈਜ਼ ਨੂੰ ਬਣਾਇਆ ਠੱਗੀ ਦਾ ਸ਼ਿਕਾਰ। ਕੋਰੋਨਾ ਮਹਾਮਾਰੀ ਦੇ ਦੌਰਾਨ ਕਿਵੇਂ ਟੈਸਟਿੰਗ ਦੇ ਨਾਮ ਤੇ ਧੰਦਾ ਚੱਲ ਰਿਹਾ ਹੈ, ਕਿਵੇਂ ਲੋਕਾਂ ਤੋਂ ਹਜ਼ਾਰਾਂ ਰੁਪਏ ਠੱਗੇ ਜਾ ਰਹੇ ਨੇ, ਲੋਕਾਂ ਦੀ ਸੇਵਾ ਕਰਨ ਦੇ ਨਾਮ ਤੇ ਸਰਕਾਰੀ ਹਸਪਤਾਲ ਹੀ ਕਿਵੇਂ ਠੱਗੀ ਦਾ ਅੱਡਾ ਬਣ ਰਹੇ ਨੇ। ਨਿਊਜ਼ 18 ਅਜਿਹੇ ਸਰਕਾਰੀ ਹਸਪਤਾਲ ਦਾ ਪਰਦਾਫਾਸ਼ ਕਰੇਗਾ। ਸਿਹਤ ਮੰਤਰੀ ਸਾਹਿਬ ਨੂੰ ਵੀ ਹੱਥਾਂ ਪੈਰਾਂ ਦੀ ਪੈ ਜਾਵੇਗੀ। ਚਲੋ ਹੁਣ ਤੁਹਾਨੂੰ ਪੂਰੇ ਮਾਮਲੇ ਤੋਂ ਵਾਕਿਫ ਕਰਵਾ ਦਿੰਨੇ ਆ। ਮਾਮਲਾ ਹੈ ਮੋਗਾ ਦੇ ਸਰਕਾਰੀ ਹਸਪਤਾਲ ਦਾ, ਜਿੱਥੇ ਟੂਰਨੈਟ ਮਸ਼ੀਨ ਤੇ ਐਨਆਰਆਈ ਲੋਕਾਂ ਦੇ ਟੈਸਟ ਕਰਨ ਦੇ ਬਦਲੇ 3500 ਰੁਪਏ ਲੈਣ ਦੇ ਇਲਜ਼ਾਮ ਲੱਗੇ ਨੇ। ਇਸ ਕਾਲੇ ਕਾਰੋਬਾਰ ਦੀ ਖੇਡ ਕਿਵੇਂ ਸ਼ੁਰੂ ਹੁੰਦੀ ਹੈ, ਇਸ ਦੇ ਖੁਲਾਸੇ ਐਨਆਰਆਈ ਪਰਿਵਾਰ ਦੇ ਬੇਟੇ ਚਰਨਜੀਤ ਨੇ ਕੀਤਾ ਹੈ, ਜਿਸ ਦਾ ਕਹਿਣਾ ਕਿ ਉਸਦੇ ਮਾਤਾ-ਪਿਤਾ ਤੇ 7 ਹੋਰ ਰਿਸ਼ਤੇਦਾਰਾਂ ਨੇ ਵਿਦੇਸ਼ ਵਾਪਸ ਜਾਣਾ ਸੀ। ਜਦੋਂ ਕੋਰੋਨਾ ਟੈਸਟ ਕਰਵਾਉਣ ਪਹੁੰਚੇ ਤਾਂ ਉੱਥੇ ਕਾਫੀ ਸਮਾਂ ਲੱਗ ਰਿਹਾ ਸੀ। ਇਹਨੇ ਨੂੰ ਓਮ ਪ੍ਰਕਾਸ਼ ਨਾਮ ਦਾ ਸ਼ਖਸ ਉੱਥੇ ਪਹੁੰਚਿਆ ਤਾਂ ਉਸਨੇ ਟੈਸਟ ਕਰਵਾਉਣ ਦੇ ਲਈ 3500 ਰੁਪਏ ਮੰਗੇ ਤੇ ਚਰਨਜੀਤ ਨੇ ਓਮ ਪ੍ਰਕਾਸ਼ ਨੂੰ ਟੈਸਟ ਦੇ ਬਦਲੇ 31500 ਰੁਪਏ ਦੇ ਵੀ ਦਿੱਤੇ। ਮੈਂ ਆਪਣੇ ਮੰਮੀ ਡੈਡੀ ਉਹਨਾਂ ਦਾ ਮੈਂ ਕਰੋਨਾ ਟੈਸਟ ਕਰਵਾਉਣ ਆਇਆ ਸੀਗਾ ਤੇ ਉਹ ਮੇਰੇ ਜੀਜਾ ਜੀ ਕਹਿੰਦੇ ਸੀਗੇ ਵੀ ਸਾਰੇ ਇਧਰੋਂ ਪੈਸੇਂਜਰ ਸਾਰੇ ਇੱਧਰਲੇ ਸੀਗੇ ਮੋਗੇ ਜ਼ਿਲ੍ਹੇ ਦੇ, ਉਹ ਕਹਿੰਦੇ ਤੁਸੀਂ ਵੀ ਇੱਥੇ ਹੀ ਆ ਜਾਓ। ਫਿਰ ਮੈਂ ਮੰਮੀ ਡੈਡੀ ਉਹਨਾਂ ਨੂੰ ਲੈ ਕੇ ਜੀ ਇੱਥੇ ਮੋਗਾ ਹਸਪੀਟਲ ਜਾ ਗਏ ਸੁਬਾਹ 7 ਵਜੇ ਜੀ। ਤੇ ਉੱਥੇ ਹੀ ਜਦੋਂ ਆ ਕੇ ਦੇਖਿਆ ਜੀ ਉੱਥੇ ਬਾਅਦ ਜਦੋਂ ਡਾਕਟਰ ਆਏ ਤਾਂ ਭੀੜ ਬਹੁਤ ਸੀਗੀ ਤਾਂ ਅਸੀਂ ਉਹ ਡਾਕਟਰ ਸਾਹਿਬ ਕਹਿੰਦੇ ਵੀ ਅੱਜ ਨਹੀਂ ਤੁਹਾਡੇ ਟੈਸਟ ਨਹੀਂ ਹੋ ਪਾਣੇਗੇ। ਉਹਦਾ ਕਰਕੇ ਬੈਠੇ ਸੀਗੇ ਸਾਈਡ 'ਤੇ ਆਪਸ ਵਿੱਚ ਹੀ ਡਿਸਕਸ ਕਰ ਰਹੇ ਸੀਗੇ, ਰਿਸ਼ਤੇਦਾਰ ਸੀਗੇ ਨਾਲ ਜੀ। ਤੇ ਉਹ ਤੋਂ ਬਾਅਦ ਦੇ ਵਿੱਚ ਹੀ ਇੱਕ ਓਮ ਪ੍ਰਕਾਸ਼ ਦੇ ਨਾਂ ਦਾ ਬੰਦਾ ਘੁੰਮਦਾ ਫਿਰ ਸਾਡੇ ਕੋਲ ਆਇਆ। ਉਹ ਕਹਿੰਦਾ ਜੀ ਤੁਸੀਂ ਟੈਸਟ ਕਰਵਾਉਣੇ ਸੀਗੇ ਜੀ? ਹਾਂਜੀ ਸਾਡੇ ਲਈ ਲਾਜ਼ਮੀ ਅੱਜ ਹੀ ਟੈਸਟ ਕਰਵਾਉਣੇ। ਉਹ ਕਹਿੰਦਾ ਜੀ ਵੀ ਪੈਸੇ ਲੱਗਣਗੇ ਤੁਹਾਡੇ ਟੈਸਟ ਹੋ ਜਾਣਗੇ ਅੱਜ ਹੀ। ਤੇ ਜੀ ਉਹਨੇ ਫਿਰ ਮੇਰੇ ਤੋਂ 3500 ਰੁਪਏ ਦੇ ਹਿਸਾਬ ਨਾਲ ਇੱਕ ਬੰਦੇ ਤੋਂ ਪੈਸੇ ਲਏ ਆ। ਮੈਂ 31500 ਰੁਪਇਆ ਦਿੱਤਾ ਜੀ 9 ਮੈਂਬਰਾਂ ਦਾ। ਜਿਵੇਂ ਓਮ ਪ੍ਰਕਾਸ਼ ਨੂੰ 31500 ਰੁਪਏ ਮਿਲ ਗਏ ਤਾਂ ਉਸਨੇ ਨਾਲ ਹੀ ਫੋਨ ਕੀਤਾ ਤੇ ਨਾਲ ਹੀ ਕੋਰੋਨਾ ਦੇ ਸੈਂਪਲ ਲੈ ਲਏ ਗਏ, ਜਿਸ ਤੋਂ ਬਾਅਦ 5 ਲੋਕਾਂ ਦੀ ਰਿਪੋਰਟ ਦੇ ਦਿੱਤੀ ਗਈ, ਜਦਕਿ 4 ਲੋਕਾਂ ਦੀ ਰਿਪੋਰਟ ਨਹੀਂ ਦਿੱਤੀ ਗਈ ਤੇ ਨਾ ਪੈਸੇ ਵਾਪਸ ਦਿੱਤੇ ਗਏ ਤੇ ਜਵਾਬ ਇਹ ਮਿਲਿਆ ਕਿ ਮਸ਼ੀਨ ਖਰਾਬ ਹੋ ਗਈ ਹੈ। ਜਦੋਂ ਹੀ ਮੈਂ ਉਸ ਬੰਦੇ ਨੂੰ ਪੈਸੇ ਦਿੱਤੇ ਤਾਂ ਉਹਦੀ ਸਾਡੇ ਬੰਦਿਆਂ ਦੇ ਸੈਂਪਲ ਹੋ ਗਏ। ਉਹਦੀ ਉਹਨਾਂ ਨੂੰ ਹਾਕ ਪੈ ਗਈ ਵੀ ਇਸ ਬੰਦੇ ਦੇ ਨਾਂ ਦੇ ਬੰਦੇ ਆ ਜਾਓ, ਉਹਨਾਂ ਦੇ ਉਹਦੀ ਸੈਂਪਲ ਹੋ ਗਏ ਜੀ। ਰਿਪੋਰਟ ਨਹੀਂ ਜੀ ਉਹਨਾਂ ਨੇ ਰਿਪੋਰਟ ਵੀ ਨਹੀਂ ਦਿੱਤੀ ਜੀ। ਉਹਨਾਂ ਨੇ ਇਹ ਵੀ ਗੱਲ ਕਹੀ ਸੀਗੀ ਵੀ ਜੇ ਮੈਂ ਤੁਹਾਡੇ ਤੋਂ 3500 ਰੁਪਇਆ ਲੈ ਰਿਹਾ ਵਾਂ ਜਿਹੜਾ, ਇਹ ਵੀ ਤੁਹਾਨੂੰ ਨੈਗੇਟਿਵ ਰਿਪੋਰਟ ਦਿੱਤੀ ਜਾਊਗੀ, ਜੇ ਪੋਜ਼ੀਟਿਵ ਵੀ ਆਊਗੀ ਤਾਂ ਵੀ ਤੁਹਾਨੂੰ ਨੈਗੇਟਿਵ ਮਿਲੂਗੀ ਰਿਪੋਰਟ ਜੀ। ਉਹਦੇ 'ਚੋਂ 5 ਜਣੇ ਦੀ ਆ ਗਈ ਸੀ, ਬਾਕੀ ਜਣਿਆਂ ਦੀ ਨਹੀਂ ਆਈ। ਉਹ ਕਹਿੰਦਾ ਜੀ ਤੁਸੀਂ ਜਾ ਕੇ ਹੋਰ ਕਿਤੇ ਟੈਸਟ ਕਰਵਾ ਲਓ। ਮੈਂ ਕਿਹਾ ਜੀ ਤੁਸੀਂ ਸਾਡੇ ਜਿਹੜੇ ਪੈਸੇ ਲਏ ਆ ਜੀ 3500 ਰੁਪਏ ਦੇ ਹਿਸਾਬ ਨਾਲ ਉਹ ਵਾਪਸ ਕਰ ਦਿਓ ਜਿਹੜੇ ਬੰਦਿਆਂ ਦੇ ਨਹੀਂ ਟੈਸਟ ਹੋਏਗੇ। ਉਹ ਕਹਿੰਦਾ ਜੀ ਮੈਂ ਪੈਸੇ ਅੱਗੇ ਦੇਤੇ ਆ ਜੀ, ਅੱਗੇ ਤੋਂ ਵਾਪਸ ਆਉਣਗੇ ਤਾਂ ਮੈਂ ਦੇ ਦਾਂਗਾ। ਕਾਰਨ ਕੀ ਦੱਸਿਆ? ਕਾਰਨ ਕੀ ਕਹਿੰਦਾ ਜੀ ਮਸ਼ੀਨ ਖਰਾਬ ਹੋ ਗਈ ਜੀ। ਇਸ ਤੋਂ ਬਾਅਦ ਨਿਊਜ਼ 18 ਨੇ ਏਜੰਟ ਦੇ ਤੌਰ ਤੇ ਕੰਮ ਕਰਨ ਵਾਲੇ ਓਮ ਪ੍ਰਕਾਸ਼ ਤੱਕ ਵੀ ਪਹੁੰਚ ਕੀਤੀ ਤੇ ਜੋ ਖੁਲਾਸਾ ਓਮ ਪ੍ਰਕਾਸ਼ ਨੇ ਕੀਤਾ ਔਰ ਰੌਂਗਟੇ ਖੜੇ ਕਰਨ ਵਾਲਾ ਹੈ, ਸਿਹਤ ਵਿਭਾਗ ਨੂੰ ਕਟਹਿਰੇ 'ਚ ਖੜਾ ਕਰਨ ਵਾਲਾ ਹੈ, ਸਰਕਾਰੀ ਹਸਪਤਾਲ 'ਚ ਕੰਮ ਕਰਨ ਵਾਲੇ ਡਾਕਟਰ ਦੇ ਕਾਲੇ ਕਾਰੋਬਾਰ ਨੂੰ ਉਜਾਗਰ ਕਰਨ ਵਾਲਾ ਹੈ।
ਜਿਸ ਨੇ ਸਿੱਧਾ ਡਾਕਟਰ ਨਰੇਸ਼ ਆਮਲਾ ਦਾ ਨਾਮ ਲੈ ਦਿੱਤਾ। ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ 48 ਲੋਕਾਂ ਦੇ ਟੈਸਟ ਕਰਵਾਏ ਗਏ ਤੇ ਉਸਨੇ 3500 ਦੇ ਹਿਸਾਬ ਨਾਲ 1,70,000 ਰੁਪਏ ਦੇ ਕਰੀਬ ਡਾਕਟਰ ਨਰੇਸ਼ ਨੂੰ ਦਿੱਤੇ। ਨਰੇਸ਼ ਨੇ 3500 ਦੇ ਹਿਸਾਬ ਨਾਲ ਐਤਵਾਰ ਨੂੰ ਉਹਨਾਂ ਦੇ ਜਾਣੀ ਕਿ 48 ਕੁ ਜਣੇ ਸੀ। ਮੇਰੇ ਤੇ WhatsApp ਤੇ ਉਹਨਾਂ ਨੇ ਪਾਸਪੋਰਟ ਕਾਪੀਆਂ ਵੀ ਭੇਜੀਆਂ ਜੀ ਉਹਨਾਂ ਨੇ। ਤੇ ਉਦੋਂ ਬਾਅਦ 'ਚ ਇਹ ਨਰੇਸ਼ ਨਾਲ ਵੀ ਗੱਲਬਾਤ ਕੀਤੀ। ਪਹਿਲੇ ਨੇ ਮੈਨੂੰ ਕੁਝ ਵੀ ਜਾਣਦਾ ਸੀ ਨਰੇਸ਼ ਨੂੰ, ਨਾ ਮੇਰਾ ਕੋਈ ਸੀ, ਮੈਂ ਤਾਂ ਆਪਣਾ ਤਾਂ ਕੰਮ ਹੀ ਇਹ ਨਹੀਂ। ਜਦੋਂ ਬਲਵਿੰਦਰ ਕੌਰ ਨਾਲ ਸਾਡਾ ਰਿਲੇਸ਼ਨ ਸੀ ਬਹੁਤ ਚੱਲਦਾ, ਪਹਿਲੇ ਉਹਨਾਂ ਦੇ ਰੈਂਟ ਤੇ ਰਹਿ ਕੇ ਆਏ। ਉਹ ਜਿਵੇਂ ਕਹਿੰਦੇ ਸੀ ਉਹਨਾਂ ਨੂੰ ਗਾਂ ਤੋਂ ਗਾਂ ਜਾਣਕਾਰੀ ਮੈਂ ਉਹਨਾਂ ਦੇ ਆਖੇ ਦੇ ਹਿਸਾਬ ਨਾਲ ਹਾਲੇ ਤੇ ਨਰੇਸ਼ ਨੂੰ ਦਿੱਤੇ ਜੀ 1,70,000 ਦੇ ਕਰੀਬ ਇਸੇ ਕੋਲੇ ਨਰੇਸ਼ ਵਾਲਾ। ਏਜੰਟ ਓਮ ਪ੍ਰਕਾਸ਼ ਨੇ ਡਾਕਟਰ ਨਰੇਸ਼ ਦੇ ਨਾਲ ਫੋਨ ਤੇ ਹੋਈ ਗੱਲਬਾਤ ਦੀ ਆਡੀਓ ਵੀ ਜਾਰੀ ਕੀਤੀ ਹੈ, ਜਿਸ ਤੋਂ ਬਾਅਦ ਸਰਕਾਰੀ ਡਾਕਟਰ ਤੇ ਸ਼ੱਕ ਦੀ ਸੂਈ ਹੋਰ ਵੀ ਡੂੰਘੀ ਹੋ ਜਾਂਦੀ ਹੈ। ਹਾਂਜੀ ਨਰੇਸ਼ ਜੀ। ਹਾਂਜੀ ਓਮ ਪ੍ਰਕਾਸ਼ ਜੀ, ਕੀ ਹਾਲ ਹੈ? ਠੀਕ ਅੱਛਾ, ਹੈ ਜੀ। ਜਿਹੜਾ ਆਪਣਾ ਟਰੈਵਲ ਏਜੰਟ ਕੋਈ ਚਰਨਜੀਤ ਹੈ ਜਿਹੜੇ ਭੇਜ ਰਹੇ ਬੰਦੇ? ਟਰੈਵਲ ਏਜੰਟ ਨਹੀਂ, ਚਰਨਜੀਤ ਤਾਂ ਨਹੀਂ ਗਈ, ਇਹਨੇ ਤਾਂ ਜਾਣਾ। ਕਿਵੇਂ? ਇਹਨੇ ਤਾਂ ਜਾਣਾ ਚਰਨਜੀਤ ਨੇ ਤਾਂ। ਚਰਨਜੀਤ ਅੱਜ ਕੋਈ ਦੇ ਕੇ ਗਿਆ ਪੈਸੇ ਆਪਾਂ ਨੂੰ? ਚਰਨਜੀਤ ਘੋੜੀਏ ਦਾ ਕੋਈ ਨਹੀਂ ਦੇ ਗਿਆ ਆਪਾਂ ਨੂੰ ਅੱਜ। ਅੱਛਾ, ਘੋੜੀਏ ਤਾਂ ਕੋਈ ਹੈ ਹੀ ਨਹੀਂਗਾ। ਉਹ ਪਤਾ ਨਹੀਂ ਗਰੁੱਪ ਦੇਖ ਲੈਣਾ ਆਪਣੇ ਤੇ, ਜਿਹੜਾ ਆ ਤੁਹਾਨੂੰ ਭੇਜਿਆ ਨਹੀਂਗਾ ਉਹ ਨਾ ਹੈਗਾ। ਦੂਜੇ ਦਾ ਕਿਸੇ ਦਾ ਫੋਨ ਫਾਨ ਸੁਣਨ ਦੀ ਲੋੜ ਨਹੀਂ। ਉਹ ਐਕਚੁਅਲੀ ਉਹ ਉੱਪਰੋਂ ਕਹੀ ਜਾਂਦਾ, ਕਹਿੰਦਾ ਸਰਕਾਰੀ ਵਾਲੇ ਕਹਿੰਦਾ ਪੈਸੇ ਲੈ ਕੇ ਕਰੀ ਜਾਂਦੇ ਨੇ। ਮਾਂ ਯਾਰ ਉਹ ਐਕਚੁਅਲ ਫੀਸ ਜਿਹੜੀ ਹੈਗੀ ਆ 1500 ਤਾਂ ਕਰੀ ਜਾਂਦੇ ਅਸੀਂ, ਜਿਹੜੀ ਹੁੰਦੀ ਆ। ਉਹ ਕਹਿੰਦੇ ਵੀ 3500 ਲਈ ਜਾਂਦੇ ਨੇ। ਉਹ ਕਿਸੇ ਧਿਆਨ 'ਚ ਲਿਆਈ ਗੱਲ, ਮੈਨੂੰ ਫੋਨ ਆਇਆ ਮੈਂ ਆਪਣੇ ਤਾਂ ਕੋਈ ਹੈ ਨਹੀਂ ਚਰਨਜੀਤ। ਨਹੀਂ ਆਪਣਾ ਹੈ ਨਹੀਂ ਕੋਈ ਲੋੜ, ਇੰਨਾ ਫੋਨ ਚੱਕਣ ਲੋੜ ਆਪਣਾ ਨਹੀਂ ਕਿ ਕੋਈ। ਉਹ ਤਾਂ ਹੋ ਰਹੀ ਹੈ ਉਹ ਨਾ ਕੋਈ ਦਿੱਲੀ ਤੋਂ ਇੱਕ ਕੱਲ ਨੂੰ ਵੀ ਜਾਣੀ ਹੈ ਨਾ। ਅੱਛਾ। ਤੇ ਉਹਨਾਂ ਨੇ ਪਤਾ ਨਹੀਂ 에ਅਰਲਾਈਨ ਪਤਾ ਨਹੀਂ ਕਿਹੜੀ 에ਅਰ ਇੰਡੀਆ ਰਾਹੀਂ ਜਾਣਾ ਜੁਣਾ ਹੋਊਗਾ। ਹਾਂਜੀ ਹਾਂ, ਤੇ ਉਹਨਾਂ ਜਿਹੜੀ ਉਹ ਕੁੜੀ ਨੇ ਲਿਸਟ ਵਿੱਚ ਆਪਾਂ ਤਾਂ ਉਹਨਾਂ ਦੇ ਕਰਾਣੇ, ਆਪਾਂ ਨਹੀਂ ਹੋਰ ਕਿਸੇ ਦੇ। ਉਹ ਜ਼ਿਆਦਾ ਕਿਸੇ ਨਾਲ ਕਰਾ ਦਿੰਦੇ, ਰੋਲਾ ਪਾਉਂਦੇ ਨੇ। ਉਹਨੂੰ ਕਹੀ ਰੋਲਾ ਨਾ ਕਿ ਕੋਈ ਵੀ ਪਾਓ। ਨਹੀਂ ਉਹ ਜਿਹੜੇ ਆਪਣੇ ਬੰਦੇ ਉਹ ਤਾਂ ਚੁੱਪ ਹੀ, ਉਹਨਾਂ ਨੇ ਕਹਿਣਾ ਸਾਈਡ ਤੇ ਹੋ ਕੇ ਦੇ ਜਾਓ। ਉਹਨਾਂ ਦੇ ਚੁੱਪ ਹੋ ਯਾਰ, ਕਿ ਤੁਹਾਡਾ ਹੋ ਜਾਊਗਾ ਕੰਮ, ਕਹਿੰਦਾ ਨਹੀਂ ਤਾਂ ਫਿਰ ਉਹ ਬੰਦੇ ਸਾਰੇ ਅੱਕੇ ਪਏ ਨੇ। ਨਹੀਂ ਹਾਂ, ਉਹਨੇ ਆਪਣੇ ਬੰਦੇ ਤਾਂ ਚੁੱਪ ਹੀ ਹੈ। ਜਿਸ ਨਰੇਸ਼ ਨਾਮ ਦੇ ਡਾਕਟਰ ਤੇ ਓਮ ਪ੍ਰਕਾਸ਼ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ, ਨਿਊਜ਼ 18 ਵੱਲੋਂ ਉਸ ਡਾਕਟਰ ਤੱਕ ਵੀ ਪਹੁੰਚ ਕੀਤੀ ਗਈ ਤੇ ਡਾਕਟਰ ਨਰੇਸ਼ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਮੈਂ ਪਹਿਲੀ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਓਮ ਪ੍ਰਕਾਸ਼ ਮੈਨੂੰ ਹਾਰਡਲੀ 2 ਜਾਂ 3 ਵਾਰ ਮਿਲਿਆ, ਪਰ ਰਵਿੰਦਰ ਨੇ ਉਹਨਾਂ ਨੇ ਮੇਰੇ ਕਹਿਣ ਤੇ ਇਹਨਾਂ ਦਾ ਸੈਂਪਲ ਲੈ ਲਿਆ ਸੀਗਾ, ਬਲਵਿੰਦਰ ਆਂਟੀ ਦਾ। ਠੀਕ ਹੈ, ਮੈਨੂੰ 3:30 4 ਵਜੇ ਕੋਲ ਆਉਂਦੀ ਹੈ ਵੀ ਇੱਦਾਂ ਵੀ 3500 ਰੁਪਏ ਲੈ ਕੇ ਸੈਂਪਲ ਕਰ ਰਹੇ ਨੇ। ਮੈਂ ਉਦੋਂ ਹੀ ਡਾਕਟਰ ਨੀਤਾ ਨੂੰ ਮਨਾ ਕਰਤਾ ਸੀਗਾ ਵੀ ਜੇ ਇੱਦਾਂ ਦੀ ਕੋਈ ਗੱਲ ਹੈ, ਮੇਰੇ ਤੇ ਇੱਦਾਂ ਕੋਈ ਗੱਲ ਆ ਰਹੀ ਹੈ ਤਾਂ ਟੋਟਲੀ ਸਟਾਪ ਕਰ ਦਿਓ। ਮੇਰਾ ਇਸ ਚੀਜ਼ 'ਚ ਕੋਈ ਇਨਵੋਲਵਮੈਂਟ ਨਹੀਂ ਹੈਗਾ। ਮੈਂ ਨਾ ਕਿਸੇ ਤੋਂ ਪੈਸੇ ਲਏ ਨੇ, ਨਾ ਹੀ ਮੇਰਾ ਦੇਣਦਾਰ ਹੈ ਕਿਸੇ ਤੋਂ। ਠੀਕ ਹੈ, ਜੇ ਕੋਈ ਪ੍ਰੂਫ ਕਹਿ ਦਿੰਦਾ ਨਾ ਜੀ ਮੈਂ ਉਹ ਤੋਂ ਲਏ ਨੇ, ਮੈਂ ਦੇਣਦਾਰ ਵੀ ਹਾਂ, ਬਟ ਮੈਂ ਉਹ ਤੋਂ ਇੱਕ ਪੈਸਾ ਵੀ ਨਹੀਂ ਲਿਆ। ਮੈਂ ਇੱਕ ਹਿਊਮੈਨਿਟੀ ਦੇ ਤੌਰ ਤੇ ਉਹ ਬੰਦੇ ਦੀ ਹੈਲਪ ਕੀਤੀ ਸੀਗੀ। ਸੋ ਸਵਾਲ ਮੋਗਾ ਦੇ ਸਰਕਾਰੀ ਹਸਪਤਾਲ ਤੇ ਵੀ ਖੜੇ ਹੁੰਦੇ ਨੇ। ਕਟਹਿਰੇ 'ਚ ਸਰਕਾਰੀ ਡਾਕਟਰ ਵੀ ਖੜਾ ਹੁੰਦਾ ਹੈ ਤੇ ਦੁੱਧ ਧੋਤਾ ਏਜੰਟ ਓਮ ਪ੍ਰਕਾਸ਼ ਵੀ ਨਹੀਂ। ਸਵਾਲ ਇਹ ਵੀ ਹੈ ਕਿ ਏਜੰਟ ਦਾ ਟੈਸਟ ਕਰਵਾਉਣ ਪਿੱਛੇ ਕਿਹੜਾ ਵੱਡਾ ਲਾਲਚ ਸੀ। ਜਦੋਂ ਨਿਊਜ਼ 18 ਦੇ ਵੱਲੋਂ ਮਾਮਲਾ ਮੋਗਾ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਤਾਂ ਉਹ ਕਰੋਨਾ ਦੇ ਚੱਲਦਿਆਂ ਕੈਮਰੇ ਤੇ ਤਾਂ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੋਏ, ਪਰ ਉਹਨਾਂ ਨੇ ਇਹਨਾਂ ਜ਼ਰੂਰ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਂਚ ਦਾ ਜ਼ਿੰਮਾ ਮੋਗਾ ਦੇ ਐਸਐਸਪੀ ਨੂੰ ਦਿੱਤਾ ਗਿਆ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪਰ ਜੇ ਸਵਾਲ ਬਰਕਰਾਰ ਹੈ ਕਿ ਸਰਕਾਰੀ ਹਸਪਤਾਲ 'ਚ ਸਿਹਤ ਸਹੂਲਤਾਂ ਦੇ ਨਾਮ ਤੇ ਲੁੱਟ ਕਿਉਂ। ਮੋਗਾ ਤੋਂ ਦੀਪਕ ਸਿੰਘਲਾ, ਨਿਊਜ਼ 18 ਪੰਜਾਬ। ਕੋਰੋਨਾ ਦੇ ਇਸ ਕਾਲ ਦੇ ਵਿੱਚ ਮਾਨਸਾ ਦੇ ਸਿਹਤ ਵਿਭਾਗ ਦੇ ਵਿੱਚ ਇੱਕ ਹੋਰ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜੀ ਹਾਂ, ਲਾਪਰਵਾਹੀ ਵੀ ਅਜਿਹੀ ਕਿ ਸਰਦੂਲਗੜ੍ਹ ਦੇ ਪੂਰੇ ਇਲਾਕੇ ਦੇ ਵਿੱਚ ਕੋਰੋਨਾ ਫੈਲਣ ਦਾ ਖਤਰਾ ਮੰਡਰਾ ਰਿਹਾ ਹੈ। ਦਰਅਸਲ ਸਰਦੂਲਗੜ੍ਹ ਸਿਹਤ ਵਿਭਾਗ ਦਾ ਇੱਕ ਮੁਲਾਜ਼ਮ 2 ਦਿਨ ਪਹਿਲਾਂ ਕੋਰੋਨਾ ਪॉजिटिव ਆਇਆ। ਬਾਵਜੂਦ ਇਸ ਦੇ ਉਹ ਟਿੱਕੇ ਨਹੀਂ ਬੈਠ ਰਿਹਾ, ਕੁਆਰੰਟਾਈਨ ਨਹੀਂ ਹੋਇਆ, ਆਈਸੋਲੇਟ ਨਹੀਂ ਹੋਇਆ, ਬਾਜ਼ਾਰ 'ਚ ਘੁੰਮ ਰਿਹਾ।
ਕਾਰ 'ਚ ਘੁੰਮ ਰਹੇ ਇਸ ਸ਼ਖਸ ਦਾ ਨਾਮ ਹੈ ਵਿਲੀਅਮ। ਜੋ ਇਸ कोरोना काल ਦੇ ਇਸ ਵਕਤ ਦੌਰਾਨ ਸਰਦੂਲਗੜ੍ਹ ਦੀਆਂ ਸੜਕਾਂ ਤੇ ਵਿਲਨ ਬਣ ਕੇ ਘੁੰਮ ਰਿਹਾ ਹੈ। दरअसल विलियम सरदूलगढ़ सिहत विभाग का मुलाजम है जो 2 दिन पहला कोरोना पॉजिटिव पाया गया, पर इस दे बावजूद वो 2 दिन तो बाजार च शरेआम खुलेआम घूम रहा है। ਜਦੋਂ कि विलियम का कहना है कि विभाग के ਵੱਲੋਂ उसਨੂੰ अजे तक न छुट्टी दी गई है ਅਤੇ ना ही क्वारंटीन होने के लिए सर्टिफिकेट। ਜੀ ਪਹਿਲਾਂ ਤੁਹਾਨੂੰ ਸਰਟੀਫਿਕੇਟ ਦੇਵਾਂਗੇ ਜੀ, ਫਿਰ ਤੇ ਮੈਂ ਕੱਲ ਦਾ ਕਹੀ ਜਾ ਰਿਹਾ ਮੈਨੂੰ ਦਿਓ ਸਰਟੀਫਿਕੇਟ ਤਾਂ ਜੋ ਮੈਂ ਆਪਣੇ ਘਰ ਜਾਵਾਂ, ਕੁਆਰੰਟੀਨ ਹੋਵਾਂ। ਕਦੋਂ ਆਈ ਹੈ ਤੁਹਾਡੀ ਰਿਪੋਰਟ ਪੋਜ਼ਿਟਿਵ? ਕੱਲ ਆਈ ਹੋਈ ਹੈ। ਕੱਲ ਤੋਂ ਤੁਸੀਂ ਇੱਥੇ ਹੋ? ਹਾਂਜੀ। ਤੇ ਕੀ ਕਹਿਣਾ ਚਾਹੋਗੇ ਵੀ ਕੀ ਇਹ ਪ੍ਰਸ਼ਾਸਨ ਸੁਣ ਨਹੀਂ ਰਿਹਾ ਜਾਂ ਜਾਣ ਬੁੱਝ ਕੇ ਨਹੀਂ ਕਰ ਰਿਹਾ ਹੈ? ਪਤਾ ਨਹੀਂ, ਮੈਨੂੰ ਤੇ ਕੋਈ ਸਮਝ ਨਹੀਂ ਆ ਰਹੀ ਜੀ। ਮੈਂ ਕੱਲ ਦਾ ਪਰੇਸ਼ਾਨ ਹੋ ਰਿਹਾ ਖੁਦ। ਇੱਥੇ ਮੇਰਾ ਕੋਈ ਰੋਟੀ ਪਾਣੀ ਦਾ ਵੀ ਇੰਤਜ਼ਾਮ ਨਹੀਂ ਹੈਗਾ, ਖਾਣ ਪੀਣ ਦਾ, ਤੇ ਪ੍ਰੋਬਲਮ ਮੈਨੂੰ ਹੋ ਰਹੀ ਆ ਪਰ ਮੇਰੀ ਕੋਈ ਸੁਣ ਨਹੀਂ। विलियम ਦੇ ਇੰਜ ਸ਼ਰੇਆਮ ਬਾਜ਼ਾਰ ਦੇ ਵਿੱਚ ਘੁੰਮਣ ਕਾਰਨ ਜਿੱਥੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ, ਉੱਥੇ ਵਿਲੀਅਮ ਦੇ ਨਾਲ ਕੰਮ ਕਰਨ ਵਾਲੇ ਮੁਲਾਜ਼ਮ ਵੀ ਪਰੇਸ਼ਾਨ ਤੇ ਡਰੇ ਹੋਏ ਨੇ, ਜਿਨ੍ਹਾਂ ਦਾ ਇਲਜ਼ਾਮ ਹੈ ਕਿ ਵਿਲੀਅਮ ਦੀ ਰਿਪੋਰਟ ਪੋਜ਼ਿਟਿਵ ਆਉਣ ਦੇ ਬਾਵਜੂਦ ਵਿਭਾਗ ਦੇ ਵੱਲੋਂ ਉਹਨਾਂ ਦੀ ਟੀਮ 'ਚੋਂ ਕਿਸੇ ਹੋਰ ਦਾ ਕੋਰੋਨਾ ਟੈਸਟ ਨਹੀਂ ਕਰਵਾਇਆ ਗਿਆ। ਵਿਲੀਅਮ ਐਲਟੀ ਇਕੱਠੀ ਅਸੀਂ ਕੰਮ ਕਰਦੇ ਸੀ, ਇਕੱਠੀ ਸੈਂਪਲਿੰਗ ਟੀਮ 'ਚ ਕਰਦੇ ਸੀ। ਜਦੋਂ ਉਹਦਾ ਟੈਸਟ ਕੀਤਾ ਗਿਆ ਕੋਰੋਨਾ ਪੋਜ਼ਿਟਿਵ ਪਾਇਆ ਗਿਆ, ਉਸ ਤੋਂ ਬਾਅਦ ਇਹ 2 ਦਿਨ ਹੋ ਗਏ ਵਿਚਾਰੇ ਨੂੰ ਕੋਈ ਰਿਜ਼ਲਟ ਨਹੀਂ ਮਿਲਿਆ। ਰਿਜ਼ਲਟ ਦੇ ਬੇਸ ਤੇ ਹੀ ਤੁਰਿਆ ਇੱਥੇ ਉਹ ਕਰਦਾ ਰਿਜ਼ਲਟ ਦਾ ਮਾਰਾ ਵੀ ਮੈਨੂੰ ਰਿਜ਼ਲਟ ਦਿਓ, ਮੈਂ ਜਾਵਾਂ ਆਪਦੇ ਘਰੇ ਕਿਤੇ ਹੋਵਾਂ। ਉਸ ਤੋਂ ਬਾਅਦ ਅਸੀਂ ਟੈਸਟ ਕਿਹਾ ਵੀ ਸਾਡੇ ਵੀ ਟੈਸਟ ਕਰੋਗੇ, ਸਾਨੂੰ ਕੋਈ ਤਸੱਲੀ ਬਖਸ਼ ਜਾਂ ਸਾਨੂੰ ਕੋਈ ਜਵਾਬ ਹੀ ਦੇ ਦਿੱਤਾ ਵੀ ਤੁਹਾਡੇ ਟੈਸਟ ਨਹੀਂ ਅਸੀਂ ਹੁੰਦੇ। ਤੇ ਇਸ ਤਰ੍ਹਾਂ ਅਸੀਂ ਵੀ ਉਮੀਦ ਕਰੀ ਬਿਨਾਂ ਟੈਸਟ ਤੋਂ ਤੁਰੇ ਫਿਰਦੇ ਹਾਂ, ਤਾਂ ਕੋਈ ਸੈਂਪਲਿੰਗ ਕਰੀ ਜਾਂਦੇ ਹਾਂ, ਹੁਣ ਵੀ ਕਰੀ ਜਾਂਦੇ ਹਾਂ, ਹੁਣ ਵੀ ਕਰਕੇ ਹਟੇ ਹਾਂ। ਕੋਈ ਧਿਆਨ ਨਹੀਂ ਰਿਹਾ ਸਾਡਾ, ਹਾਲੇ ਤੱਕ ਕੋਈ ਟੈਸਟ ਦਾ ਨਹੀਂ ਕੀਤਾ। ਸਾਡੇ ਨਾਲ ਡਰਾਈਵਰ ਵੀ ਹੈ, ਸਾਡੇ ਨਾਲ ਇੱਕ ਉਹ 4 ਜਣੇ ਆ ਜੀ ਸੈਂਪਲਿੰਗ ਟੀਮ ਦੇ ਵਿੱਚ, ਜਿਹਦਾ ਸਾਡਾ ਕੋਈ ਟੈਸਟ ਨਹੀਂ ਹੋਇਆ ਹੈ। ਸਿਹਤ ਵਿਭਾਗ ਦੀ ਇਸ ਵੱਡੀ ਲਾਪਰਵਾਹੀ ਕਾਰਨ ਇਲਾਕੇ 'ਚ ਕੋਰੋਨਾ ਦਾ ਖਤਰਾ ਮੰਡਰਾ ਰਿਹਾ ਹੈ। ਕੋਰੋਨਾ ਮਰੀਜ਼ ਸ਼ਰੇਆਮ ਬਾਜ਼ਾਰ 'ਚ ਘੁੰਮ ਰਿਹਾ ਹੈ ਤੇ ਸਿਹਤ ਵਿਭਾਗ ਦੇ ਆਪਣੇ ਮੁਲਾਜ਼ਮ ਡਰੇ ਹੋਏ ਨੇ, ਜਦੋਂ ਕਿ ਐਸਐਮਓ ਸਾਹਿਬ ਵਿਭਾਗ ਦੀਆਂ ਲਾਪਰਵਾਹੀਆਂ ਉੱਤੇ ਪੋਚੇ ਹੀ ਫੇਰ ਰਹੇ ਨੇ। ਵਿਲੀਅਮ ਨਾਂ ਦਾ ਐਲਟੀ ਜੋ ਕਿ ਸਰਦੂਲਗੜ੍ਹ ਸਿਵਲ ਹਸਪਤਾਲ ਵਿਖੇ ਪੋਸਟਡ ਹੈ, ਉਹਦੀ ਕੱਲ ਰਿਪੋਰਟ ਪੋਜ਼ਿਟਿਵ ਆਈ ਹੈ। ਉਹਦਾ ਆਲੂਪੁਰ ਟੈਸਟ ਕੀਤਾ ਸੀ ਰੈਪਿਡ ਐਂਟੀਜਨ, ਜਦੋਂ ਪੋਜ਼ਿਟਿਵ ਆਇਆ ਉਹਨੂੰ ਇੱਥੇ ਕੁਆਰਟਰ ਵਿੱਚ ਰਹਿੰਦਾ ਹੈ, ਨਾਲ ਦੀ ਨਾਲ ਹੋਮ ਕੁਆਰੰਟਾਈਨ ਕਰਤਾ ਵੀ ਨਿਕਲਣਾ ਨਹੀਂਗਾ ਬਾਹਰ। ਤੇ ਉਸ ਤੋਂ ਬਾਅਦ ਅਸੀਂ ਪੂਰੀ ਕਾਰਵਾਈ ਕਰ ਰਹੇ ਹਾਂ ਐਡਮਿਨਿਸਟ੍ਰੇਸ਼ਨ ਨਾਲ, ਪਹਿਲਾਂ ਸਰਦੂਲਗੜ੍ਹ ਵਾਲਿਆਂ ਨਾਲ ਕੀਤੀ, ਮਾਨਸਾ ਵਾਲਿਆਂ ਨਾਲ ਕੀਤੀ, ਤੇ ਹੁਣ ਉਹਨਾਂ ਨੇ ਮਾਨਸਾ ਵਾਲਿਆਂ ਨੇ ਗੁਰਦਾਸਪੁਰ ਵਾਲਿਆਂ ਨਾਲ ਕੀਤੀ ਹੈ। ਤੇ ਮੇਰਾ ਖਿਆਲ ਉਹਨੂੰ ਗੁਰਦਾਸਪੁਰ ਦਾ ਹੀ ਕਾਰਵਾਈ ਮੁਕੰਮਲ ਹੋ ਗਈ ਹੈ ਤੇ ਉਹਨੂੰ ਸ਼ਿਫਟ ਕਰ ਰਹੇ ਹਾਂ। ਇਹ ਸੋਨੇ ਦੇ ਵਿੱਚ ਆਈ ਸ਼ਹਿਰ ਦੇ ਵਿੱਚ ਵੀ ਘੁੰਮ ਰਿਹਾ ਸੀ, ਉਹਦੇ ਵਾਸਤੇ ਨਹੀਂ ਅਸੀਂ ਇਹਨੂੰ ਜਦੋਂ ਪੋਜ਼ਿਟਿਵ ਆਇਆ ਉਦੋਂ ਕੁਆਰੰਟਾਈਨ। ਸੁਣਿਆ ਤੁਸੀਂ, ਐਸਐਮਓ ਸਾਹਿਬ ਮੁਤਾਬਕ ਵਿਲੀਅਮ ਦੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਉਸ ਨੂੰ ਫੌਰਨ ਕੁਆਰੰਟਾਈਨ ਕਰ ਦਿੱਤਾ ਗਿਆ। ਪਰ ਵੱਡਾ ਸਵਾਲ ਇਹ ਹੈ ਕਿ ਇਹ ਤਸਵੀਰਾਂ ਕੀ ਝੂਠ ਬੋਲ ਰਹੀਆਂ ਨੇ, ਤਾਂ ਫਿਰ ਐਸਐਮਓ ਸਾਹਿਬ ਕਿਉਂ ਨਕਾਰ ਰਹੇ ਨੇ? ਕਿਉਂਕਿ ਸਿਹਤ ਵਿਭਾਗ ਦੀ ਲਾਪਰਵਾਹੀ ਇਹਨਾਂ ਤਸਵੀਰਾਂ ਦੇ ਜ਼ਰੀਏ ਸਾਫ਼ ਨਜ਼ਰ ਆ ਰਹੀ ਹੈ। ਮਾਨਸਾ ਤੋਂ ਬਲਦੀਪ ਸ਼ਰਮਾ, ਨਿਊਜ਼ 18 ਪੰਜਾਬ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਮਾਝੇ ਦੀ ਧਰਤੀ ਤੇ, ਉਸ ਧਰਤੀ ਤੇ ਜਿੱਥੇ ਪਿਛਲੇ ਦਿਨੀ ਸ਼ਰਾਬ ਦੀ ਵਜ੍ਹਾ ਨਾਲ ਬਹੁਤ ਲੋਕਾਂ ਦੀ ਮੌਤ ਹੋਈ। ਪੁਲਿਸ ਪ੍ਰਸ਼ਾਸਨ ਤਾਂ 2-3 ਦਿਨ ਛਾਪੇਮਾਰੀ ਦੇ ਨਾਮ ਤੇ ਖਾਨਾ ਪੂਰਤੀ ਕਰਕੇ ਬੈਠ ਗਿਆ। ਸਰਕਾਰ ਦੇ ਵੱਲੋਂ ਵੀ ਬਹੁਤ ਵੱਡੇ ਬਿਆਨ ਸਾਹਮਣੇ ਆ ਗਏ, ਪਰ ਜ਼ਹਿਰੀਲੀ ਸ਼ਰਾਬ ਦਾ ਕਹਿਰ ਬਦਸਤੂਰ ਜਾਰੀ ਹੈ ਤੇ ਹੁਣ ਤਰਨਤਾਰਨ ਦੇ ਵਿੱਚ ਜ਼ਹਿਰੀਲੀ ਸ਼ਰਾਬ ਨੇ 2 ਹੋਰ ਘਰਾਂ 'ਚ ਸੱਥਰ ਵਿਛਾ ਦਿੱਤਾ ਹੈ।
ਤਰਨਤਾਰਨ, ਅੰਮ੍ਰਿਤਸਰ ਤੇ ਜਲੰਧਰ, ਇਹਨਾਂ 3 ਜ਼ਿਲ੍ਹਿਆਂ ਦਾ ਹੀ ਅਸੀਂ ਨਾਮ ਕਿਉਂ ਲੈ ਰਹੇ ਹਾਂ? ਸ਼ਾਇਦ ਤੁਹਾਡੀ ਸਮਝ ਆ ਗਿਆ ਹੋਵੇਗਾ। ਅਸੀਂ ਗੱਲ ਕਰ ਰਹੇ ਹਾਂ ਨਜਾਇਜ਼ ਜ਼ਹਿਰੀਲੀ ਸ਼ਰਾਬ ਦਾ। ਉਹ ਸ਼ਰਾਬ ਜਿਸ ਨੇ 100 ਤੋਂ ਵੱਧ ਘਰਾਂ ਦੇ ਵਿੱਚ 70 ਵਿਛਾ ਦਿੱਤੇ ਤੇ ਜ਼ਹਿਰੀਲੀ ਸ਼ਰਾਬ ਦਾ ਕਹਿਰ ਬਦਸਤੂਰ ਜਾਰੀ ਹੈ। ਤੇ ਹੁਣ ਮੁੜ ਇਹੋ ਸ਼ਰਾਬ 2 ਲੋਕਾਂ ਦੇ ਲਈ ਕਾਲ ਬਣ ਗਈ। ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 2 ਹੋਰ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਤੇ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਪੀੜਤ ਮੁੜ ਤੋਂ ਦੁਹਾਈ ਦੇ ਰਹੇ ਨੇ ਕਿ ਉਹਨਾਂ ਦੇ ਪਿੰਡ 'ਚ ਸ਼ਰੇਆਮ ਜ਼ਹਿਰੀਲੀ ਸ਼ਰਾਬ ਵਿਕਦੀ ਹੈ, ਪਰ ਕਾਰਵਾਈ ਦੇ ਨਾਮ ਤੇ ਬਸ ਖਾਨਾ ਪੂਰਤੀ। ਸ਼ਰਾਬ ਪੀਤੀ ਸਾਰੇ। ਅੱਛਾ, ਇੱਥੇ ਐਡਮਿਟ ਹੈ? ਹਾਂਜੀ, ਇੱਥੇ ਐਡਮਿਟ ਹੈ। ਕਿਹੜੇ ਪਿੰਡ ਦੇ? ਨਹੀਂ ਸਰ, ਡੈਥ ਹੋ ਗਈ। ਡੈਥ ਹੋ ਗਈ ਹੈ? ਕਿਹੜੇ ਪਿੰਡ ਦੇ ਤੁਸੀਂ? ਪੰਡੋਰੀ ਬੰਦਾ ਸਰ। ਤੇ ਸ਼ਰਾਬ ਹੈ ਵੀ ਵਿਕਦੀ? ਹਾਂਜੀ ਸਰ। ਕੋਈ ਰੋਕ ਨਹੀਂ? ਨਹੀਂ ਸਰ। ਕੌਣ ਵੇਚਦਾ, ਕੌਣ ਕੁਝ ਪਤਾ? ਨਹੀਂ ਸਰ, ਉਹਦੇ ਪਰ ਨਹੀਂ। ਸ਼ਰਾਬ ਨਾਲ ਪੁਲਿਸ ਦਾਵਾ ਕਰਦੀ ਸ਼ਰਾਬ ਖਤਮ ਕਰਦੀ, ਹਾਲੇ ਵੀ ਵਿਕਦੀ ਹੈ? ਹਾਂਜੀ, ਬਹੁਤ ਵੇਖਦੀ ਸਾਨੂੰ। ਕਿੱਥੋਂ ਪੀ ਕੇ ਆਇਆ ਸੀ, ਤੁਹਾਨੂੰ ਦੱਸਿਆ ਕੁਝ? ਹਾਂਜੀ, ਉਹਨੇ ਆਪਦੀ ਘਰਦੀ ਨੂੰ ਦੱਸਿਆ ਵੀ ਮੈਂ ਇੰਨਾ ਘਰੋਂ ਪੀ ਕੇ ਆਇਆ। ਮੈਂ ਪੁੱਛਰ ਘਰੋਂ ਪੀ ਕੇ ਆਇਆ ਭਾਜੀ ਨੂੰ, ਵਹੁਟੀ ਦਾ ਨਾਂ, ਉਹਦੀ ਭਰਜਾਈ ਦੇ ਨਾਂ। ਉੱਤੋਂ ਗਾਲਾਂ ਕੱਢਦੇ, ਉੱਤੋਂ ਧਮਕੀਆਂ ਦਿੰਦੇ। ਵਹੁਟੀ ਨੂੰ ਮਾੜਾ ਚੰਗਾ ਵੀ ਬੋਲ ਕੇ ਗਏ ਆ ਵੀ ਸਾਡਾ ਤੂੰ ਨਾਂ ਨਾ ਲਈ, ਤੇ ਕਾਰਵਾਈ ਹੋਣੀ ਚਾਹੀਦੀ ਆ। ਕਿੱਥੇ ਹੋਣੀ ਚਾਹੀਦੀ? ਹਾਂਜੀ, ਸ਼ਰਾਬ ਵੇਚਣ ਵਾਲਿਆਂ ਦੀ। ਜਦੋਂ 3 ਜ਼ਿਲ੍ਹਿਆਂ 'ਚ 100 ਤੋਂ ਵੱਧ ਲੋਕ ਜ਼ਹਿਰੀਲੀ ਸ਼ਰਾਬ ਦੀ ਭੇਟ ਚੜ ਗਏ, ਸਰਕਾਰ ਤੇ ਪੁਲਿਸ ਦੀ ਪ੍ਰਸ਼ਾਸਨ ਦੀ ਨੀਂਦ ਖੁੱਲ ਗਈ। ਸਖਤ ਹਦਾਇਤਾਂ ਜਾਰੀ ਹੋ ਗਈਆਂ। ਲਗਾਤਾਰ 2-3 ਦਿਨ ਪੰਜਾਬ ਭਰ ਦੇ ਵਿੱਚ ਖੂਬ ਛਾਪੇਮਾਰੀ ਵੀ ਹੋਈ। ਲੱਖਾਂ ਲੀਟਰ ਸ਼ਰਾਬ ਬਰਾਮਦ ਹੋਈ, ਡੋਲ ਦਿੱਤੀ ਗਈ, ਨਸ਼ਟ ਕਰ ਦਿੱਤੀ ਗਈ। ਕਈ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ। ਵਿਰੋਧੀ ਧਿਰਾਂ ਵੀ ਸੜਕ ਤੇ ਉਤਰੀਆਂ। ਸਿਆਸਤ ਵੀ ਜ਼ੋਰਾਂ ਤੇ ਹੋਈ। ਸਰਕਾਰ ਆਪਣਿਆਂ ਦੇ ਹੀ ਨਿਸ਼ਾਨੇ ਤੇ ਆਈ। ਬੇਸ਼ੱਕ ਪੁਲਿਸ ਨੇ ਕੁਝ ਕੁ ਦਿਨ ਸਰਗਰਮੀ ਦਿਖਾ ਕੇ ਕਾਰਵਾਈ ਕਰਨ ਦਾ ਸਬੂਤ ਦਿੱਤਾ ਹੋਵੇ, ਪਰ ਇਹ ਕਾਰਵਾਈ ਮਹਿਜ਼ ਖਾਨਾ ਪੂਰਤੀ ਹੀ ਜਾਪਦੀ ਹੈ। ਜੇ ਵਾਕਈ ਸਰਕਾਰ ਤੇ ਪੁਲਿਸ ਨੇ ਐਕਸ਼ਨ ਲਿਆ ਹੁੰਦਾ ਤਾਂ ਸ਼ਾਇਦ ਮੁੜ ਘਰਾਂ ਦੇ ਚਿਰਾਗ ਨਾ ਬੁਝਦੇ। ਤੇ ਹੁਣ ਵਿਰੋਧੀਆਂ ਨੂੰ ਵੀ ਸਰਕਾਰ ਨੂੰ ਇੱਕ ਵਾਰ ਮੁੜ ਤੋਂ ਘੇਰਨ ਦਾ ਮੌਕਾ ਮਿਲ ਗਿਆ ਹੈ। ਮੈਂ ਸਮਝਦਾ ਸਰਕਾਰ ਨੂੰ ਅਜੇ ਵੀ ਜਾਗ ਪੈਣਾ ਚਾਹੀਦਾ। ਇਹਨਾਂ ਲੋਕਾਂ ਨੂੰ ਇਨਸਾਫ ਦੇਣਾ ਚਾਹੀਦਾ। ਜਿਹੜੇ ਪਰਿਵਾਰ ਗਰੀਬ ਪਰਿਵਾਰ ਹੈ, ਇਹਨਾਂ ਨੂੰ ਇਨਸਾਫ ਦੇਣਾ ਹੀ ਪਵੇ। ਸਭ ਤੋਂ ਵੱਡੀ ਗੱਲ ਕਿ ਇੰਨੇ ਪੁਲਿਸ ਨੇ ਮਾਮਲੇ ਦਰਜ ਕੀਤੇ, ਉਸੇ ਪਿੰਡ 'ਚ ਫੇਰ ਹੱਲੇ ਵੀ ਸ਼ਰਾਬ ਵਿਕੀ ਜਾਂਦੀ ਹੈ, ਤੇ ਕੀ ਕਹਿੰਦੇ ਹੋ? ਮੈਂ ਕਹਿੰਦਾ ਜਿਹੜੇ ਇਹ ਬੱਚੇ ਗਏ ਆ, ਕਿਸੇ ਦੀ 30 ਸਾਲ ਉਮਰ, ਕੋਈ ਵੱਡੀ ਉਮਰ ਦਾ ਨਹੀਂਗਾ। ਜੇ ਸ਼ਰਾਬ ਪਿੰਡ 'ਚੋਂ ਮਿਲੀ ਆ, ਪਿੰਡ 'ਚੋਂ ਸਾਰੇ, ਜਿੱਦਾਂ ਕੁਲਦੀਪ ਕੌਰ ਮਾਤਾ ਜੀ ਨੇ ਦੱਸਿਆ, ਜਿਹਦਾ ਬੇਟੇ ਦੀ ਡੈਥ ਹੋਈ ਆ, ਕਿ ਸ਼ਰੇਆਮ ਵਿਕਦੀ ਪਈ ਆ। ਇਹ ਪੁਲਿਸ ਸਿਰਫ ਲੋਕਾਂ ਨੂੰ ਕਹਿ ਦਿੰਦੀ ਆ ਵੀ ਇੰਨੇ ਲੀਟਰ ਫੜਿਆ, ਕੁਝ ਨਹੀਂ ਫੜਿਆ। ਉਸੇ ਤਰ੍ਹਾਂ ਹੀ ਕੰਮ ਚੱਲ ਰਿਹਾ, ਕਿਉਂਕਿ ਉਹਨਾਂ ਨੂੰ ਵੱਡੇ ਸਿਆਸੀ ਲੀਡਰ ਦੀ ਸਹਿ। ਅਜੇ ਪਹਿਲੇ ਪੀੜਤ ਪਰਿਵਾਰ ਆਪਣਿਆਂ ਦੇ ਜਾਣ ਕਾਰਨ ਸਦਮੇ ਵਿੱਚ ਸਨ ਕਿ ਜ਼ਹਿਰੀਲੀ ਸ਼ਰਾਬ ਨੇ 2 ਹੋਰ ਘਰਾਂ ਦੇ ਵਿੱਚ 70 ਵਜਾ ਦਿੱਤੇ ਨੇ ਤੇ ਸਵਾਲ ਬਰਕਰਾਰ ਹੈ ਕਿ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਅਸਲ 'ਚ ਕਾਰਵਾਈ ਕਦੋਂ ਹੋਵੇਗੀ? ਪੂਰੇ ਨੈਕਸਸ ਪਿੱਛੇ ਵੱਡੀਆਂ ਮੱਛੀਆਂ ਕਦੋਂ ਬੇਪਰਦਾ ਹੋਣਗੀਆਂ? ਤਰਨਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18 ਪੰਜਾਬ। ਖਬਰ ਜੋ ਮੁੱਦਾ ਬਣੇ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਲੋਕਾਂ ਦੇ ਨਾਲ ਜੁੜੇ ਮੁੱਦੇ, ਪੰਜਾਬ ਵਾਸੀਆਂ ਦੇ ਨਾਲ ਜੁੜੇ ਮੁੱਦੇ ਅਸੀਂ ਇਸੇ ਤਰ੍ਹਾਂ ਦੇ ਨਾਲ ਚੁੱਕਦੇ ਰਹਾਂਗੇ। ਫਿਲਹਾਲ ਮੈਨੂੰ ਯਾਨੀ ਗੌਰਵ ਸ਼ੁਕਲਾ ਨੂੰ ਦਿਓ ਇਜਾਜ਼ਤ। ਧੰਨਵਾਦ।